ਕਰਾਂਗੇ। ਤੇ ਕਿਹੜਾ ਰਿਵਿਊ ਆਫ ਲਿਟਰੇਚਰ ਵਧੀਆ ਹੁੰਦਾ ਹੈ, ਕਿਹੜਾ ਰਿਵਿਊ ਆਫ ਲਿਟਰੇਚਰ ਮਾੜਾ ਹੁੰਦਾ ਹੈ, ਉਹ ਅਸੀਂ ਇਸ 'ਚ ਥੋੜਾ ਡਿਸਕਸ ਕਰਾਂਗੇ। ਦੈਟ ਇਜ਼ ਪਹਿਲਾਂ ਅਸੀਂ ਕਰਾਂਗੇ ਡੂ ਐਂਡ ਡੋਂਟਸ ਆਫ ਰਾਈਟਿੰਗ ਲਿਟਰੇਚਰ ਰਿਵਿਊ। ਜਦੋਂ ਅਸੀਂ ਰਿਵਿਊ ਆਫ ਲਿਟਰੇਚਰ ਲਿਖ ਰਹੇ ਹਾਂ, ਅਸੀਂ ਕਿਹੜੀਆਂ ਚੀਜ਼ਾਂ ਨੂੰ ਧਿਆਨ 'ਚ ਰੱਖਣਾ ਤੇ ਕਿਹੜਾ ਕੰਮ ਅਸੀਂ ਨਹੀਂ ਕਰਨਾ, ਜਾਂ ਕਹਿ ਲਓ ਕਿਹੜਾ ਕੰਮ ਆਪਾਂ ਕਰਨਾ ਹੈ ਤੇ ਕਿਹੜਾ ਕੰਮ ਆਪਾਂ ਨਹੀਂ ਕਰਨਾ। ਜਿਹੜੇ ਸਾਹਮਣੇ ਆਪਣੇ ਸਲਾਈਡ ਦੇ ਉੱਪਰ ਸ਼ੋ ਹੋ ਰਿਹਾ, ਜਿਹਦੇ ਕਿਹਦਾ ਟਿਕ ਮਾਰਕ ਲੱਗਿਆ ਹੋਇਆ, ਇਟ ਮੀਨਸ ਆਪਾਂ ਇਹ ਕੰਮ ਕਰਨੇ, ਜਿਹਦੇ ਉੱਪਰ ਕ੍ਰਾਸ ਲੱਗਿਆ ਹੋਇਆ ਆਪਾਂ ਇਹ ਕੰਮ ਨਹੀਂ ਕਰਨਾ। ਪਹਿਲਾ ਪੁਆਇੰਟ ਲਿਖਿਆ ਡੂ ਮੇਕ ਦਾ ਨੋਟਸ ਵਾਈਲ ਵਰਕਿੰਗ ਵਿਦ ਦਾ ਸੋਰਸਿਸ। ਜਦੋਂ ਵੀ ਤੁਸੀਂ ਕੋਈ ਸੋਰਸਿਸ ਲੱਭਣ ਵਾਸਤੇ ਜਾ ਰਹੇ ਹੋ ਤਾਂ ਆਪਣੇ ਨਾਲ ਕਾਗਜ਼ ਤੇ ਪੈਨਸਿਲ ਹੋਣੀ, ਜਾਂ ਪੈਨ ਜਾਂ ਨੋਟਬੁੱਕ ਜਾਂ ਕੋਈ ਡਾਇਰੀ ਹੋਣੀ ਬਹੁਤ ਜ਼ਰੂਰੀ ਹੈ। ਜਦੋਂ ਤੁਸੀਂ ਸੋਰਸਿਸ ਦੇ ਬਾਰੇ ਪੜ੍ਹ ਰਹੇ ਹੋ, ਕੁਝ ਵੀ ਲਿਖ ਰਹੇ ਹੋ, ਕੋਈ ਤੁਹਾਨੂੰ ਪੁਆਇੰਟ ਇੰਪੋਰਟੈਂਟ ਲੱਗ ਗਿਆ, ਉਹਨੂੰ ਆਪਣੀ ਕਾਪੀ ਦੇ ਉੱਪਰ ਨੋਟ ਕਰ, ਉਸਨੂੰ ਆਪਣੀ ਕਾਪੀ ਦੇ ਉੱਪਰ ਨੋਟ ਕਰ ਲਓ। ਅੱਜ ਕੱਲ੍ਹ ਤਾਂ ਸਾਰੇ ਆਪਣੇ ਸਭ ਕੋਲ ਸਮਾਰਟਫੋਨਸ ਹੁੰਦੇ ਆ, ਆਪਾਂ ਨਾਲ ਦੀ ਸਨੈਪਸ ਵੀ ਕਲਿੱਕ ਕਰ ਸਕਦੇ ਹਾਂ, ਉਹਦੀ ਸਨੈਪ ਕਲਿੱਕ ਕਰ ਲਓ, ਸਨੈਪ ਕਲਿੱਕ ਕਰਕੇ ਆਪਣੇ ਕੋਲ ਰੱਖ ਲਓ, ਜਦੋਂ ਲੋੜ ਹੈ ਉਸ ਤੋਂ ਆਪਾਂ ਦੁਬਾਰਾ ਉਸਨੂੰ ਫਾਈਂਡ ਆਊਟ ਕਰ ਲਾਂਗੇ। ਸੋ ਇੱਕ ਨੋਟਸ ਬਣਾਉਣ ਦੀ ਹੈਬਿਟ ਜਿਹੜੀ ਹੈ ਉਹ ਆਪਾਂ ਨੂੰ ਰੱਖਣੀ ਪਏਗੀ ਜਦੋਂ ਆਪਾਂ ਰਿਵਿਊ ਲਿਟਰੇਚਰ ਵਾਸਤੇ ਜਾ ਰਹੇ ਹਾਂ। ਤਾਂ ਆਪਾਂ ਅਲੱਗ-ਅਲੱਗ ਸਟੱਡੀਜ਼ ਨੂੰ ਸਟੱਡੀ ਕਰ ਰਹੇ ਹਾਂ, ਜੋ ਪੁਰਾਣਾ ਕੰਮ ਹੋ ਚੁੱਕਾ ਹੋਇਆ ਜਾਂ ਕੋਈ ਸੋਰਸਿਸ ਨੂੰ ਅਲੱਗ-ਅਲੱਗ ਆਪਾਂ ਸਟੱਡੀ ਕਰ ਰਹੇ ਹਾਂ, ਤਾਂ ਉਸ ਜੋ ਵੀ ਤੁਹਾਨੂੰ ਲੱਗਦਾ ਵੀ ਆਹ ਮੇਨ ਪੁਆਇੰਟ ਇਸ ਸਟੱਡੀ 'ਚ ਹੋਇਆ, ਉਹਨੂੰ ਆਪਣੇ ਨੋਟਬੁੱਕ ਦੇ ਉੱਪਰ ਨੋਟ ਕਰ ਲਓ। ਡੋਂਟ ਜਸਟ ਰੀਡ ਦ ਸੋਰਸਿਸ, ਯੂ ਨੀਡ ਟੂ ਟੇਕ ਦ ਨੋਟਸ। ਕੱਲਾ ਇਹ ਕੰਮ ਨਾ ਕਰੋ ਵੀ ਸੋਰਸਿਸ ਤੁਹਾਡੇ ਸਾਹਮਣੇ ਪਏ, ਮੇਰੇ ਸਾਹਮਣੇ ਇੱਕ ਬੁੱਕ ਪਈ ਹੋਈ ਹੈ, ਮੈਂ ਉਸ ਬੁੱਕ ਨੂੰ ਪੜ੍ਹਿਆ ਤੇ ਮੈਂ ਡਨ, ਕੰਮ ਖਤਮ ਕਰਤਾ। ਨਹੀਂ, ਜੋ ਉਸ ਤੇ ਤੁਸੀਂ 1 ਪੇਜ ਪੜ੍ਹਿਆ, ਚਾਹੇ 2 ਪੇਜ ਪੜ੍ਹੇ, ਚਾਹੇ 3 ਪੇਜ ਪੜ੍ਹੇ, ਜਿਹੜੇ ਵੀ ਉਸ 'ਚ ਕੋਈ ਪੁਆਇੰਟਸ ਨਿਕਲ ਕੇ ਸਾਹਮਣੇ ਆਏ ਹੈ, ਉਹਨਾਂ ਪੁਆਇੰਟਸ ਨੂੰ ਇੱਕ ਨੋਟਸ ਬਣਾ ਲਓ, ਉਹ ਪੁਆਇੰਟਸ ਯਾਦ ਰਹਿ ਜਾਣਗੇ। ਜੇ ਉਹ ਨੋਟਸ ਤੁਸੀਂ ਨਹੀਂ ਬਣਾਓਗੇ ਤਾਂ ਤੁਸੀਂ ਬਾਅਦ ਸੋਚੀ ਜਾਓਗੇ ਪਤਾ ਨਹੀਂ ਮੈਂ ਪੁਆਇੰਟ ਪੜ੍ਹਿਆ ਸੀ ਕਿ ਮੈਂ ਪੁਆਇੰਟ ਨਹੀਂ ਪੜ੍ਹਿਆ ਸੀ। ਸੋ ਇਹ ਚੀਜ਼ ਤੁਹਾਨੂੰ ਆਪਣੇ ਕੋਲ ਰੱਖਣੀ ਪਏਗੀ। ਦ ਸੋਰਸਿਸ, ਤੁਸੀਂ ਆਪਣੇ ਸੋਰਸਿਸ ਜਿੱਥੋਂ ਵੀ ਕਲੈਕਟ ਕੀਤੇ ਹੈ, ਉਹਨਾਂ ਦਾ ਸੋਰਸ ਤੁਹਾਨੂੰ ਪਤਾ ਹੋਣਾ ਬਹੁਤ ਜ਼ਰੂਰੀ ਹੈ। ਜੇ ਪਹਿਲਾਂ ਗੱਲ ਕਰ ਰਿਹਾ ਸੀ, ਮੈਂ ਇੱਕ ਪੇਪਰ ਪੜ੍ਹਿਆ ਕੰਪਲਸਰੀ ਬੈਂਕ ਦੇ ਉੱਪਰ, ਜਿਸ ਉਹਨਾਂ ਨੇ ਕ੍ਰੈਡਿਟ ਕਾਰਡ ਦੇ ਉੱਪਰ ਲਿਖਿਆ ਵੀ ਬੰਦੇ ਕੋਲ, ਮੈਨੂੰ ਉਹ ਚੀਜ਼ ਦੇਖਣੀ ਪਏਗੀ ਵੀ ਕਿਹੜਾ ਬੰਦਾ ਇਹ ਗੱਲ ਕਹਿ ਰਿਹਾ, ਉਹਦਾ ਨਾਮ, ਉਸਦੀ ਈਅਰ ਆਫ ਸਟੱਡੀ, ਕਿਹੜੇ ਜਰਨਲ 'ਚੋਂ ਪੇਪਰ ਪਬਲਿਸ਼ ਹੋਇਆ, ਕਿਹੜੇ ਸਾਲ 'ਚ ਪੇਪਰ ਪਬਲਿਸ਼ ਹੋਇਆ, ਜਾਂ ਜੇ ਆਨਲਾਈਨ ਮੈਂ ਦੇਖ ਰਿਹਾ ਤਾਂ ਕੀ ਉਸਦਾ ਲਿੰਕ ਕੀ ਹੈ। ਮੈਂ ਉਹ ਸਾਰਾ ਕੁਝ ਆਪਣੇ ਕੋਲ ਮੈਨੂੰ ਰੱਖਣਾ ਚਾਹੀਦਾ, ਤਾਂ ਜੋ ਜੇ ਮੈਂ ਕੱਲ ਨੂੰ ਕਿ ਮੇਰੇ ਤੋਂ ਪੁੱਛ ਰਿਹਾ, ਮੈਂ ਆਪਣੇ ਆਪ ਨੂੰ ਡਿਫੈਂਡ ਕਰਨ ਵਾਸਤੇ ਜਾ ਰਿਹਾ, ਅਗਲਾ ਬੰਦਾ ਮੇਰੇ ਕੋਲ ਪੁੱਛ ਲੇਗਾ ਵੀ ਹਾਂਜੀ ਦੱਸੋ ਤੁਸੀਂ ਇਹ ਪੁਆਇੰਟ ਇੱਥੋਂ ਲਿਆ, ਮੈਂ ਕੀ ਕਹਾਂ, ਮੈਂ ਨੈਟ ਤੋਂ ਲਿਆ। ਇਹ ਬੜਾ ਔਡ ਲੱਗਦਾ ਹੈ। ਠੀਕ ਹੈ, ਆਪਾਂ ਜਦੋਂ ਵਾਇਵਾ ਦੇਣ ਵਾਸਤੇ ਜਾ ਰਹੇ ਹਾਂ, ਫਾਈਨਲ ਵਾਵਾ, ਉਸ ਬੰਦੇ ਨੂੰ ਕਹਾਂਗੇ ਜੀ ਹਾਂਜੀ ਮੈਂ ਇਹ ਵਾਲਾ ਪੁਆਇੰਟ ਹੈ ਜੀ, ਮੈਂ ਇਹ ਵਾਲੇ ਸੋਰਸਿਸ ਤੋਂ ਲਿਆ, ਮੇਰੇ ਕੋਲ ਪ੍ਰੂਫ ਹੈ, ਉਹ ਇੱਕ ਅਲੱਗ ਹੀ ਕੌਨਫੀਡੈਂਸ ਹੋਏਗਾ। ਸੋ ਡੋਂਟ, ਇਸ ਕਰਕੇ ਜੋ ਵੀ ਤੁਸੀਂ ਕਰ ਰਹੇ ਹੋ, ਬਾਈਬਲੋਗ੍ਰਾਫੀ ਦੀ ਇਨਫੋਰਮੇਸ਼ਨ ਆਪਣੇ ਕੋਲ ਸੋਰਸਿਸ ਜ਼ਰੂਰ ਰੱਖੋ। ਡੋਂਟ ਪਿਕ ਦ ਟੌਪਿਕ ਦੈਟ ਇਜ਼ ਟੂ ਨੈਰੋ ਔਰ ਟੂ ਬ੍ਰੌਡ। ਜੋ ਤੁਸੀਂ ਟੌਪਿਕ ਚੂਜ਼ ਕਰਨਾ, ਕਿ ਇਹ ਨਾ ਦੇਖੋ ਬੜਾ ਛੋਟਾ ਜਿਹਾ ਟੌਪਿਕ ਹੋਵੇ ਤੇ ਇਹ ਵੀ ਨਾ ਹੋਵੇ ਵੀ ਬਹੁਤ ਵਾਸਟ ਟੌਪਿਕ ਹੈ, ਤੁਸੀਂ ਉਹਨੂੰ ਖਤਮ ਹੀ ਨਾ ਕਰ ਸਕੋ। ਬੇਸ਼ੱਕ 2 ਜਾਂ 3 ਜਾਂ 4 ਪੁਆਇੰਟਸ ਲੈ ਕੇ ਸਟੱਡੀ ਕਰ ਲਓ, ਕੋਈ ਇਸ਼ੂ ਨਹੀਂ ਹੈ, ਬਟ 1-2 ਪੁਆਇੰਟ ਲੈ ਕੇ ਨਾ ਬੈਠੇ ਰਹੋ। ਇਹ ਤਾਂ ਬਹੁਤ ਨੈਰੋ ਜਿਹਾ ਕੰਮ ਹੋ ਜਾਏਗਾ ਵੀ ਇੱਕ ਪੁਆਇੰਟ ਦੇ ਉੱਪਰ ਹੀ ਬੈਠੇ ਹੋ, ਅੱਜ ਤੁਸੀਂ ਬੈਠੇ ਰਹਿ ਗਏ। ਨਹੀਂ, ਤੇ ਬਰੋਡ ਦਾ ਮਤਲਬ ਤੁਸੀਂ 10, 15, 20, 25 ਤੁਸੀਂ ਆਪਣੇ ਕੋਲ ਪੁਆਇੰਟਸ ਇਕੱਠੇ ਕਰਕੇ ਰੱਖ ਲਏ, ਫਿਰ ਕੁਝ ਵੀ ਨਹੀਂ ਹੋਣਾ। ਫਿਰ ਤੁਸੀਂ ਆਪ ਹੀ ਇੰਨੇ ਕਨਫਿਊਜ਼ ਹੋ ਜਾਓਗੇ, ਪਤਾ ਹੀ ਨਹੀਂ ਲੱਗਣਾ ਵੀ ਮੈਂ ਕਿਹੜਾ ਪੁਆਇੰਟ ਕਰਨਾ ਸੀ, ਮੈਂ ਕਿਹੜਾ ਪੁਆਇੰਟ ਨਹੀਂ ਕਰਨਾ, ਸਿਰਫ ਕਿਹੜਾ ਪੁਆਇੰਟ ਮੈਂ ਕਰ ਬੈਠਾ ਤੇ ਕਿਹੜਾ ਪੁਆਇੰਟ ਮੈਂ ਬਾਰ-ਬਾਰ ਕਰੀ ਜਾ ਰਿਹਾ। ਇੰਨਾ ਕੁ ਡਾਟਾ ਤੁਸੀਂ ਆਪਣੇ ਕੋਲ ਇਕੱਠਾ ਕਰ ਲਓਗੇ, ਤੁਸੀਂ ਆਪ ਹੀ ਕਨਫਿਊਜ਼ ਹੋ ਜਾਓਗੇ। ਉਹ ਡਾਟਾ ਤੁਹਾਡੇ ਨੂੰ ਟਾਈਮ ਦੇ ਉੱਪਰ ਕੰਪਾਈਲ ਹੀ ਨਹੀਂ ਹੋਏਗਾ, ਔਰ ਜੇ ਡਾਟਾ ਕੰਪਾਈਲ ਹੀ ਨਹੀਂ ਹੋਏਗਾ ਤਾਂ ਆਪਾਂ ਉਹਦਾ ਐਨਾਲਿਸਿਸ ਕਿਸ ਬੇਸ ਤੇ ਕਰਾਂਗੇ, ਕਦੋਂ ਕਰਾਂਗੇ। ਸੋ ਕੁਝ ਇਹੋ ਜਿਹਾ ਟੌਪਿਕ ਵੀ ਚੂਜ਼ ਨਾ ਕਰ ਲਓ ਜਿਹੜਾ ਬਹੁਤ ਛੋਟਾ ਹੋਵੇ, ਤੇ ਕੋਈ ਇਹੋ ਜਿਹਾ ਟੌਪਿਕ ਵੀ ਚੂਜ਼ ਨਾ ਕਰ ਲਓ ਜਿਹੜਾ ਬਹੁਤ ਵੱਡਾ ਹੋਵੇ ਤੇ ਖਤਮ ਹੋਣ ਨੂੰ ਹੀ ਨਾ ਆਵੇ। ਡੂ ਟਾਕ ਟੂ ਯੂਰ ਟੀਚਰ ਔਰ ਪ੍ਰੋਫੈਸਰ ਐਂਡ ਆਸਕ ਫॉर देयर ਐਡਵਾਈਸ। ਆਪਣਾ ਜੋ ਤੁਹਾਡਾ ਟੀਚਰ ਹੈ, ਤੁਹਾਡਾ ਗਾਈਡ ਹੈ, ਜਾਂ ਤੁਹਾਡੇ ਕਾਲਜ ਦੇ ਵਿੱਚ ਕੋਈ ਟੀਚਰ ਹੈ, ਜਾਂ ਜਿਹਨੂੰ ਤੁਸੀਂ ਆਈਡਲ ਮੰਨਦੇ ਹੋ, ਜਾਂ ਤੁਹਾਡੇ ਫਰੈਂਡ ਸਰਕਲ 'ਚ ਕੋਈ ਟੀਚਰਸ ਹੈ, ਪ੍ਰੋਫੈਸਰ ਹੈ, ਤੁਹਾਨੂੰ ਲੱਗਦਾ ਵੀ ਕੋਈ ਤੁਹਾਨੂੰ ਵਧੀਆ ਐਡਵਾਈਸ ਜਾਂ ਸੁਜੈਸ਼ਨਸ ਦੇ ਸਕਦੇ ਹੈ, ਉਹਨਾਂ ਦੇ ਨਾਲ ਹਮੇਸ਼ਾ ਗੱਲਬਾਤ ਕਰਦੇ ਰਹੋ। ਉਹਨੂੰ ਇਹ ਜਿਵੇਂ ਆਪਾਂ ਕਹਿੰਦੇ ਨਾ ਵੀ ਜਿਹੜਾ ਵੀ ਤੁਹਾਡਾ ਕੋਈ ਗਾਈਡ ਹੈ ਨਾ, ਉਹਨੂੰ ਜੇ ਕੁਛ ਨਹੀਂ ਤਾਂ ਉਹਦੇ ਨਾਲ ਇਨ ਟੱਚ ਜ਼ਰੂਰ ਹੋ, ਚਾਹੇ ਸਵੇਰੇ ਸ਼ਾਮ ਨੂੰ ਗੁੱਡ ਮਾਰਨਿੰਗ ਜਾਂ ਗੁੱਡ ਨਾਈਟ ਜਾਂ ਗੁੱਡ ਆਫਟਰਨੂਨ ਦਾ ਮੈਸੇਜ ਜ਼ਰੂਰ ਭੇਜੋ। ਇਸ ਤਰੀਕੇ ਨਾਲ ਅਸੀਂ ਕਹਿੰਦੇ ਵੀ ਜੋ ਵੀ ਪੁਆਇੰਟ ਤੁਹਾਡੇ ਦਿਮਾਗ ਦੇ ਵਿੱਚ ਆ ਰਿਹਾ ਹੈ, ਉਹਨੂੰ ਆਪਣੇ ਪ੍ਰੋਫੈਸਰਸ ਦੇ ਨਾਲ, ਆਪਣੇ ਟੀਚਰਸ ਦੇ ਨਾਲ ਜ਼ਰੂਰ ਡਿਸਕਸ ਕਰੋ, ਕਿਉਂਕਿ ਹੋ ਸਕਦਾ ਇੱਕ ਪੁਆਇੰਟ ਤੁਹਾਨੂੰ ਬਹੁਤ ਛੋਟਾ ਲੱਗ ਰਿਹਾ ਹੋਵੇਗਾ, ਪਰ ਜਦੋਂ ਕੋਈ ਐਕਸਪੀਰੀਅੰਸ ਬੰਦਾ ਉਸ ਚੀਜ਼ ਨੂੰ ਦੇਖੇਗਾ, ਉਹਦੇ ਲਈ ਉਹ ਪੁਆਇੰਟ ਬਹੁਤ ਵੱਡਾ ਹੋਏਗਾ। ਸੋ ਉਹਨਾਂ ਤੋਂ ਸੁਜੈਸ਼ਨਸ ਲੈਂਦੇ ਰਹੋ ਵੀ ਸਰ ਮੈਂ ਆਹ 2 ਪੁਆਇੰਟ ਇਕੱਠੇ ਕੀਤੇ ਹੈ ਜੀ, ਦੱਸੋ ਇਸ ਮੈਂ ਹੋਰ ਕੀ ਐਡ ਕਰ ਸਕਦਾ ਜਾਂ ਮੈਂ ਐਡ ਕਰ ਸਕਦਾ। ਅਗਲਾ ਬੰਦਾ ਤੁਹਾਨੂੰ ਕੋਈ ਹੋਰ ਐਡਵਾਈਸ ਦੇਗਾ ਵੀ ਇਹ ਬਹੁਤ ਰੈਲੇਵੈਂਟ ਪੁਆਇੰਟ ਹੈ, ਜਾਂ ਇਹ ਪੁਆਇੰਟ ਕੋਈ ਇੰਨਾ ਰੈਲੇਵੈਂਟ ਨਹੀਂ ਹੈ, ਕੁਝ ਹੋਰ ਪੁਆਇੰਟ ਸਟੱਡੀ ਕਰ। ਕਈ ਵਾਰ ਅਸੀਂ ਇਰਰੈਲੇਵੈਂਟ ਪੁਆਇੰਟਸ ਲੈ ਕੇ ਉਹਨਾਂ ਦੀ ਸਟੱਡੀ ਕਰਦੇ ਰਹਿੰਦੇ,
ਉਹ ਤਾਂ ਹੀ ਰਿਜ਼ਲਟ ਤਾਂ ਹੀ ਉਹਦਾ ਗਲਤ ਨਿਕਲ ਜਾਂਦਾ ਕਿਉਂਕਿ ਅਸੀਂ ਆਪਣੇ ਗਾਈਡ ਦੇ ਨਾਲ ਜਾਂ ਆਪਣੇ ਟੀਚਰਸ ਦੇ ਨਾਲ ਇਨ ਟੱਚ ਨਹੀਂ ਰਹਿੰਦੇ। ਸੋ ਜਿਹੜਾ ਵੀ ਤੁਹਾਡਾ ਕੋਈ ਟੀਚਰ ਹੈ, ਜੋ ਵੀ ਤੁਹਾਡਾ ਗਾਈਡ ਹੈ, ਜੋ ਥੀਸਿਸ ਤੁਹਾਨੂੰ ਕਰਵਾ ਰਿਹਾ, ਉਸ ਦੇ ਨਾਲ ਇਨ ਟੱਚ ਰਹੋ। ਕੋਈ ਪੁਆਇੰਟ ਤੁਸੀਂ ਸਟੱਡੀ ਕਰਕੇ ਆਏ, ਨਾਲ ਦੇ ਨਾਲ ਉਹਨੂੰ ਟੈਕਸਟ ਕਰ ਦਿਓ, ਮੇਲ ਕਰ ਦਿਓ। ਅੱਜ ਕੱਲ੍ਹ ਤਾਂ ਸੌਖਾ ਕੰਮ ਹੈ, WhatsApp ਕਰ ਦਿਓ ਜਾਂ ਮੇਲ ਕਰ ਦਿਓ ਜਾਂ ਟੈਲੀਗ੍ਰਾਮ ਕਰ ਦਿਓ, ਸਿਗਨਲ ਕਰ ਦਿਓ, ਕੁਛ ਵੀ ਕਰ ਦਿਓ। ਜੋ ਪੁਆਇੰਟ ਸਟੱਡੀ ਕੀਤਾ ਲਿਖੋ, ਨੋਟਸ ਬਣਾਓ ਤੇ ਨਾਲ ਦੇ ਨਾਲ ਆਪਣੇ ਟੀਚਰ ਨੂੰ ਭੇਜ ਦਿਓ ਵੀ ਸਰ ਮੈਂ ਆਹ ਪੁਆਇੰਟ ਸਟੱਡੀ ਕਰ ਰਹੀ, ਦੇਖੋ ਠੀਕ ਹੈ ਜਾਂ ਗਲਤ ਹੈ। ਡੋਂਟ ਜਸਟ ਸਮ ਅਪ ਦ ਸੋਰਸਿਸ ਵਿਦਾਊਟ ਐਨਾਲਾਈਜ਼ਿੰਗ them। ਜਿਹੜੇ ਵੀ ਤੁਹਾਡੇ ਕੋਲ ਸੋਰਸਿਸ ਤੁਸੀਂ ਲਏ ਹੋਏ ਆ, ਜਦ ਤੱਕ ਤੁਸੀਂ ਉਹਨਾਂ ਦਾ ਪ੍ਰੋਪਰ ਐਨਾਲਿਸਿਸ ਨਹੀਂ ਕਰ ਦਿੰਦੇ, ਉਹਨੂੰ ਤੁਸੀਂ ਸਮ ਅਪ ਨਹੀਂ ਕਰੋਗੇ, ਬੰਦ ਕਰਕੇ ਨਹੀਂ ਰੱਖ ਦੋਗੇ। ਪ੍ਰੋਪਰ ਉਸ ਨੂੰ ਪਹਿਲਾਂ ਉਸ ਦਾ ਐਨਾਲਿਸਿਸ ਕਰੋ, ਉਸ ਦਾ ਪੁਆਇੰਟ ਸਾਰੇ ਚੈੱਕ ਕਰੋ, ਉਸ ਤੋਂ ਬਾਅਦ ਜਾ ਕੇ ਉਸ ਨੂੰ ਕਦੀ ਤੁਸੀਂ ਆਪਣੇ ਸੋਰਸਿਸ ਜਿਹੜੇ ਇਕੱਠੇ ਕੀਤੇ ਉਹਨਾਂ ਨੂੰ ਤੁਸੀਂ ਸਮ ਅਪ ਕਰਨਾ। ਜਿੰਨਾ ਤੁਸੀਂ ਇੱਕ ਸੋਰਸਿਸ ਤੋਂ ਲੈ ਸਕਦੇ ਹੋ ਉਹ ਸਾਰਾ ਕੁਝ ਲੈ ਲਓ, ਉਸ ਤੋਂ ਬਾਅਦ ਹੀ ਜਾ ਕੇ ਉਹਨੂੰ ਸਮ ਅਪ ਕਰੋ। ਅਦਰਵਾਈਜ਼ ਉਹਨੂੰ ਸਮ ਅਪ ਨਹੀਂ ਕਰੋ, ਨਹੀਂ ਕਰੋ ਜਦ ਤੱਕ ਤੁਹਾਨੂੰ ਪ੍ਰੋਪਰ ਇਨਫੋਰਮੇਸ਼ਨ ਨਹੀਂ ਮਿਲ ਜਾਂਦੀ। ਡੂ ਆਰਗੇਨਾਈਜ਼ ਯੂਰ ਸੋਰਸਿਸ ਅਕੋਰਡਿੰਗ ਟੂ ਦ ਚੂਜ਼ਨ ਮੈਥਡ। ਹਾਂ, ਜਿਸ ਤਰੀਕੇ ਨਾਲ ਵੀ ਤੁਸੀਂ ਚੂਜ਼ਨ ਮੈਥਡ ਜਿਹੜਾ ਵੀ ਚੂਜ਼ ਕੀਤਾ, ਉਸ ਦੇ ਅਕੋਰਡਿੰਗਲੀ ਆਪਣੇ ਸੋਰਸਿਸ ਨੂੰ ਆਰਗੇਨਾਈਜ਼ ਕਰੋ, ਜਿਵੇਂ ਵੀ ਕੀਤਾ। ਜੇ ਆਪਾਂ ਬੜੀ ਸਿੰਪਲ ਜਿਹੀ ਐਗਜ਼ਾਮਪਲ ਲੈ ਕੇ ਚੱਲੀਏ, ਜਿਵੇਂ ਆਪਾਂ ਬਿਬਲੀਓਗ੍ਰਾਫੀ ਲਿਖਦੇ ਹਾਂ ਜਾਂ ਰੈਫਰੈਂਸ ਲਿਖਦੇ ਹਾਂ, ਉਹ ਰੈਫਰੈਂਸ ਲਿਖਣ ਦੇ ਅਲੱਗ-ਅਲੱਗ ਸਟਾਈਲ ਹੈ। ਆਪਾਂ ਐਗਜ਼ਾਮਪਲ ਲੈ ਕੇ ਚੱਲ ਰਹੇ ਹਾਂ, ਉਹ ਰੈਫਰੈਂਸਿਸ ਲਿਖਣ ਦੇ ਅਲੱਗ-ਅਲੱਗ ਵੇਜ਼ ਹੈ। ਕੋਈ ਹਾਰਵਰਡਸ ਲਿਖ ਲੈਂਦਾ, ਕੋਈ ਅਮਰੀਕਨਸ ਲਿਖ ਲੈਂਦਾ, ਕੋਈ AAI ਦੇ ਅਕੋਰਡਿੰਗਲੀ ਲਿਖ ਲੈਂਦਾ, ਕੋਈ ਕਿਵੇਂ ਲਿਖ ਲੈਂਦਾ। ਸੋ ਜੋ ਵੀ ਤੁਹਾਡਾ ਮੈਥਡ ਤੁਸੀਂ ਚੂਜ਼ ਕੀਤਾ ਹੋਇਆ ਨਾ, ਉਹਨੂੰ ਉਸ ਦੇ ਅਕੋਰਡਿੰਗਲੀ ਲਿਖੋ। ਔਰ ਸਾਰਿਆਂ ਵਾਸਤੇ ਇੱਕ ਚੀਜ਼ ਇੰਪੋਰਟੈਂਟ ਇਹ ਹੈ ਵੀ ਹਰੇਕ ਰੈਫਰੈਂਸ ਵਿੱਚ ਪਲੀਜ਼ ਇੱਕੋ ਹੀ ਫਾਰਮੈਟ ਨੂੰ ਫੋਲੋ ਕਰੋ। ਇਹ ਨਾ ਹੋਏ ਪਹਿਲੇ ਪੁਆਇੰਟ ਤੁਸੀਂ ਹਾਰਵਰਡਸ ਦੇ ਅਕੋਰਡਿੰਗਲੀ ਕਰਦੇ, ਅਗਲੇ ਤੁਸੀਂ AAI ਦੇ ਅਕੋਰਡਿੰਗਲੀ ਕਰਦੇ, ਉਸ ਤੋਂ ਅਗਲੇ ਕਿਸੇ ਹੋਰ ਦੇ ਅਕੋਰਡਿੰਗਲੀ ਕਰਦੇ, ਨਹੀਂ ਜਾਂ ਬਾਕੀ ਦਾ ਕੁਝ ਪਤਾ ਹੀ ਨਹੀਂ ਕਿਸ ਦੇ ਅਕੋਰਡਿੰਗਲੀ ਤੁਸੀਂ ਕਰ ਰਹੇ ਹੋ। ਨਹੀਂ, ਇੱਕੋ ਫਾਰਮੈਟ ਚੂਜ਼ ਕਰੋ, ਉਸ ਦੇ ਅਕੋਰਡਿੰਗਲੀ ਹੀ ਆਪਣੇ ਸਾਰੇ ਡਾਟਾ ਨੂੰ ਜਿਹੜਾ ਉਸ ਨੂੰ ਸਟੱਡੀ ਕਰੋ। ਡੋਂਟ ਸਬਮਿਟ ਯੂਅਰ ਵਰਕ ਵਿਦਾਊਟ ਦਾ ਪ੍ਰੂਫ ਰੀਡਿੰਗ। ਜਦ ਤੱਕ ਤੁਸੀਂ ਆਪਣੇ ਵਰਕ ਨੂੰ ਪ੍ਰੋਪਰ ਵੇ ਦੇ ਨਾਲ ਸਟੱਡੀ ਨਹੀਂ ਕਰਦੇ, ਪ੍ਰੋਪਰ ਵੇ ਨਾਲ ਉਸ ਨੂੰ ਪੜ੍ਹ ਨਹੀਂ ਲੈਂਦੇ, ਇੱਕ ਵਾਰ, ਦੋ ਵਾਰ, ਤਿੰਨ ਵਾਰ, ਚਾਰ ਵਾਰ, ਜਾਂ ਪ੍ਰੋਪਰ ਤੁਹਾਨੂੰ ਆਪਣਾ ਨਹੀਂ ਲੱਗਦਾ ਮੈਂ ਹੁਣ ਸੈਟਿਸਫਾਈ ਹਾਂ, ਉਨੀ ਦੇਰ ਤੱਕ ਆਪਣੇ ਕੰਮ ਨੂੰ ਸਬਮਿਟ ਨਾ ਕਰੋ। ਕਿਧਰੇ ਇਹ ਨਾ ਹੋਏ ਤੁਸੀਂ ਬਿਨਾਂ ਪ੍ਰੂਫ ਰੀਡਿੰਗ ਕੀਤੇ ਸਬਮਿਟ ਕਰਾ ਦਿਓ, ਉਸ ਚ ਸਪੈਲਿੰਗ ਮਿਸਟੇਕ, ਸਿੰਪਲ ਐਗਜ਼ਾਮਪਲ, ਸਪੈਲਿੰਗ ਮਿਸਟੇਕ ਸੇ ਨਿਕਲ ਕੇ ਆ ਜਾਣ, ਬੜਾ ਮਿਨਿਊਟ ਜੀ ਗੱਲ ਹੈ, ਬਟ ਲੱਗਦਾ ਤਾਂ ਔਡ ਹੈ ਨਾ ਜੀ। ਬੰਦੇ ਨੂੰ ਆਪਾਂ ਸਬਮਿਟ ਕਰਾਉਣ ਵਾਸਤੇ, ਕੰਮ ਸਬਮਿਟ ਕਰਾਉਣ ਵਾਸਤੇ ਜਾ ਰਹੇ ਹਾਂ, ਤਾਂ ਅਗਲਾ ਬੰਦਾ ਕਹੇ ਵੀ ਇੱਥੇ ਤੇਰੇ ਮਿਸਟੇਕਸ ਹੀ ਬਹੁਤ ਸੀ, ਸਪੈਲਿੰਗ ਮਿਸਟੇਕਸ ਹੀ ਬਹੁਤ ਸੀਗੀਆਂ, ਚੈੱਕ ਕਰ ਲਓ। ਗ੍ਰਾਮੈਟੀਕਲ ਮਿਸਟੇਕਸ ਹੈ, ਉਹਨਾਂ ਨੂੰ ਚੈੱਕ ਕਰਾ ਲਓ। ਜਿਵੇਂ ਆਪਾਂ ਥੀਸਿਸ ਸਬਮਿਟ ਕਰਾਉਣ ਵਾਸਤੇ ਜਾਂਦੇ ਹਾਂ, ਥੀਸਿਸ ਸਬਮਿਸ਼ਨ ਤੋਂ ਪਹਿਲਾਂ ਵੀ ਤਾਂ ਆਪਾਂ ਇੱਕ ਇੰਗਲਿਸ਼ ਦੇ ਟੀਚਰ ਨੂੰ ਚੈੱਕ ਕਰਵਾ ਲੈਂਦੇ ਆ ਨਾ, ਕਿਉਂਕਿ ਉਹਨੂੰ ਇੰਗਲਿਸ਼ ਦੇ ਟੀਚਰ ਨੂੰ ਨੌਲੇਜ ਹੁੰਦੀ ਹੈ ਪ੍ਰੋਪਰ ਇੰਗਲਿਸ਼ ਦੀ, ਭਾਈ ਉਹ ਆਪਾਂ ਨੂੰ ਦੱਸ ਦਿੰਦਾ ਵੀ ਕਿੱਥੇ ਕਿਹੜੀ ਗਲਤੀ ਹੈ, ਕਿੱਥੇ ਕਿਹੜੀ ਗਲਤੀ ਨਹੀਂ ਹੈ। ਉਹ ਆਪਣੀ ਪ੍ਰੂਫ ਰੀਡਿੰਗ ਕਰਕੇ ਹੋ ਜਾਂਦਾ ਨਾ। ਇਸ ਕਰਕੇ ਜੋ ਵੀ ਤੁਸੀਂ ਕੰਮ ਕਰ ਰਹੇ ਹੋ ਉਸਦਾ ਇੱਕ ਪ੍ਰੋਪਰ ਪ੍ਰੂਫ ਰੀਡਿੰਗ ਪਹਿਲਾਂ ਕਰਵਾ ਲਓ। ਜਦ ਤੱਕ ਤੁਸੀਂ ਪ੍ਰੂਫ ਰੀਡਿੰਗ ਨਹੀਂ ਕਰਵਾਓਗੇ, ਆਪਣੇ ਕੰਮ ਨੂੰ ਫॉर ਗॉड ਸੇਕ ਆਪਣੇ ਕੰਮ ਨੂੰ ਕਦੀ ਵੀ ਸਬਮਿਟ ਨਾ ਕਰੋ, ਕਿਉਂਕਿ ਤੁਹਾਡਾ ਕੰਮ ਠੀਕ ਹੋਏਗਾ ਨਹੀਂ। ਉਸ 'ਚ ਗ੍ਰਾਮੈਟੀਕਲ ਮਿਸਟੇਕਸ ਹੋਣਗੀਆਂ, ਤੁਹਾਡਾ ਗਾਈਡ ਵੀ ਵਿਚਾਰਾ ਪਰੇਸ਼ਾਨ ਹੋ ਜਾਏਗਾ ਵੀ ਮੇਰੇ ਸਟੂਡੈਂਟ ਨੂੰ ਇੰਗਲਿਸ਼ ਲਿਖਣੀ ਨਹੀਂ ਆਉਂਦੀ, ਗ੍ਰਾਮੈਟੀਕਲ ਮਿਸਟੇਕਸ ਕਰੀ ਜਾਂਦਾ, ਇਹ ਸਪੈਲਿੰਗ ਮਿਸਟੇਕਸ ਕਰੀ ਜਾਂਦਾ, ਇਹਨੂੰ ਸੈਂਟੈਂਸਿਸ ਦਾ ਪਤਾ, ਇਹਨੂੰ ਟੈਂਸਿਸ ਦਾ ਨਹੀਂ ਪਤਾ, ਸੈਂਟੈਂਸ ਫਾਰਮੂਲੇਸ਼ਨ ਦਾ ਨਹੀਂ ਪਤਾ। ਸੋ ਇਸ ਕਰਕੇ ਕੋਈ ਵੀ ਕੰਮ ਸਬਮਿਟ ਕਰਨ ਤੋਂ ਪਹਿਲਾਂ ਉਸ ਦੀ ਇੱਕ ਪ੍ਰੋਪਰ ਪ੍ਰੂਫ ਰੀਡਿੰਗ ਕਰ ਲਓ। So these are the some of the points that do's and don'ts to writing a review of literature. Review of literature ਤੋਂ ਮੈਂ ਕੀ ਕਰਨਾ ਚਾਹੀਦਾ ਤੇ ਕੀ ਨਹੀਂ ਕਰਨਾ ਚਾਹੀਦਾ। ਮੈਂ ਬਾਰ-ਬਾਰ ਕਹਿ ਰਿਹਾ ਵੀ ਇਹ ਹਾਰਡ ਐਂਡ ਫਾਸਟ ਇਹ ਵਾਲੇ ਪੁਆਇੰਟਸ ਨਹੀਂ ਹੈ। These are some of the points, ਜਿਹੜੇ ਮੇਨ ਪੁਆਇੰਟਸ ਹੈ ਜਿਹਨਾਂ ਨੂੰ ਆਪਾਂ ਆਪਣੇ ਦਿਮਾਗ 'ਚ ਰੱਖ ਸਕਦੇ ਹਾਂ, ਬੜੇ ਬੇਸਿਕ ਜਿਹੇ ਪੁਆਇੰਟਸ। ਨੈਕਸਟ ਸਾਡੇ ਕੋਲ ਆ ਜਾਂਦਾ ਦੈਟ ਇਜ਼ ਦ ਗੁੱਡ ਐਂਡ ਦ ਬੈਡ ਰਿਵਿਊ ਆਫ ਲਿਟਰੇਚਰ। ਇੱਕ ਪਾਸੇ ਸਾਡੇ ਕੋਲ ਗੁੱਡ ਹੈ, ਇੱਕ ਪਾਸੇ ਸਾਡੇ ਕੋਲ ਬੈਡ ਹੈ। ਨੀਚੇ ਸੋਰਸਿਸ ਲਿਖਿਆ ਹੋਇਆ, ਜਿਹੜੇ ਸੋਰਸਿਸ ਤੋਂ ਮੈਂ ਸਲਾਈਡ ਲਈ ਹੈ ਜਾਂ ਪੁਆਇੰਟਸ ਲਏ ਹੋਏ। Good review of literature ਸਾਡੇ ਕੋਲ ਆ ਜਾਂਦਾ is synthesis of the available research and annotated bibliographies. Good is synthesis of available research, ਜੋ ਸਾਡੇ ਕੋਲ ਰਿਸਰਚ ਅਵੇਲੇਬਲ ਹੈ ਨਾ, ਉਸ ਦਾ ਪ੍ਰੋਪਰ ਸਿੰਥੇਸਿਸ, ਉਸ ਦਾ ਪ੍ਰੋਪਰ ਕ੍ਰਿਟੀਕਲ ਇਵੈਲੂਏਸ਼ਨ, ਉਸ ਦੀ ਪ੍ਰੋਪਰ ਐਨਾਲਿਸਿਸ, ਉਹ ਸਾਰਾ ਕੁਝ ਕੀਤਾ ਗਿਆ ਹੁੰਦਾ। ਪ੍ਰੋਪਰ ਉਸ ਨੂੰ ਸਟੱਡੀ ਕਰਕੇ, ਪ੍ਰੋਪਰ ਉਸ ਚੋਂ ਪੁਆਇੰਟਸ ਵਗੈਰਾ ਲੈ ਕੇ ਉਹ ਸਾਰਾ ਕੁਝ ਕੀਤਾ ਹੋਇਆ। ਉਸ 'ਚ ਕੀ ਹੁੰਦਾ, ਬੈਡ ਵਾਲੇ 'ਚ ਕੀ ਹੋਏਗਾ, ਐਂਡ ਐਨੋਟੇਡ ਬਿਬਲੀਓਗ੍ਰਾਫੀ, ਉਸ ਦੇ ਉੱਪਰ ਉੱਪਰ ਕੰਮ ਦੇਤਾ, ਕੰਮ ਖਤਮ ਆ, ਠੀਕ ਹੈ ਜੀ, ਆਹ ਪੁਆਇੰਟ ਇਸ 'ਚ ਆ ਗਏ, ਆਹ ਪੁਆਇੰਟ ਇਸ 'ਚ ਆ ਗਏ, 5-6 ਪੁਆਇੰਟ ਲਿਖੇ ਆਪਣਾ ਸਬਮਿਟ ਕਰਾਇਆ, ਗੱਲ ਖਤਮ। ਉਹ ਠੀਕ ਨਹੀਂ ਹੈ। ਗੁੱਡ ਦੇ ਵਿੱਚ ਆ ਜਾਂਦਾ ਕ੍ਰਿਟੀਕਲ ਇਵੈਲੂਏਸ਼ਨ। ਅਸੀਂ ਹਰ ਇੱਕ ਪੁਆਇੰਟ ਨੂੰ ਬੜਾ ਕ੍ਰਿਟੀਕਲ ਵੇ ਨਾਲ ਸੋਚ ਕੇ ਦੇਖ ਰਹੇ ਹਾਂ। ਜੇ ਮੈਂ ਕਸਟਮਰ ਸੈਟਿਸਫੈਕਸ਼ਨ ਦੇ ਉੱਪਰ ਪ੍ਰਾਈਸਿੰਗ ਦਾ ਇੰਪੈਕਟ ਪਾ ਰਿਹਾ, ਤਾਂ ਮੈਂ ਸੋਚ ਰਿਹਾ ਵੀ ਕਿੰਨਾ ਕੁ ਪ੍ਰਾਈਸਿੰਗ ਦਾ ਇੰਪੈਕਟ ਕਿਉਂ ਪੈ ਰਿਹਾ, ਕਿਵੇਂ ਪੈ ਰਿਹਾ। ਜੇ ਮੈਂ ਕੰਪਲਸਿਵ ਬੈਂਕ ਦੀ ਬਾਰ-ਬਾਰ ਗੱਲ ਕਰ ਰਿਹਾ, ਤਾਂ ਕਿਉਂ ਕ੍ਰੈਡਿਟ ਕਾਰਡ ਮਿਸਯੂਜ਼ ਕੰਪਲਸਿਵ ਬੈਂਕ ਦੇ ਵਿੱਚ ਆ ਰਿਹਾ, ਕਿਉਂ ਸਟ੍ਰੈਸ ਮੈਨੇਜਮੈਂਟ ਉਸ ਦੇ ਵਿੱਚ ਆ ਰਿਹਾ, ਇਹ ਕ੍ਰਿਟੀਕਲ ਇਵੈਲੂਏਸ਼ਨ ਹੁੰਦਾ। ਦੈਨ ਬੈਡ ਵਾਲੇ ਪਾਸੇ ਕੀ ਆ ਜਾਏਗਾ ਜੀ, ਕਨਫਾਈਨਡ ਟੂ ਦਾ ਡਿਸਕ੍ਰਿਪਸ਼ਨ, ਜੋ ਉੱਥੇ ਲਿਖਿਆ ਬਸ ਅਸੀਂ ਸਿਰਫ ਉਹਦੇ ਨਾਲ ਹੀ ਅਟੈਚ ਆ, ਉਹਨੂੰ ਅੱਗੇ ਸੋਚਣ ਦੀ ਕੋਸ਼ਿਸ਼ ਹੀ ਨਹੀਂ ਕਰ ਰਹੇ। ਉਹ ਬੰਦੇ ਨੇ ਕਹਿਤਾ ਹਾਂਜੀ ਕ੍ਰੈਡਿਟ ਕਾਰਡ ਮਿਸਯੂਜ਼ ਦਾ ਕੰਪਲਸਿਵ ਬੈਂਕ 'ਚ ਇੰਪੈਕਟ ਪੈਂਦਾ, ਅੱਜ ਜੀ ਠੀਕ ਹੈ ਚਲੋ ਪੈ ਗਿਆ, ਗੱਲ ਖਤਮ ਹੋ ਗਈ, ਇਸ ਨੂੰ ਕਿ ਸਟੱਡੀ ਨਹੀਂ ਕੀਤੀ।
गुड वाले पासे आ जाता जी एप्रोप्रिएट ब्रेथ ते डेप्थ उसकी प्रॉपर लिमिट्स होंदी है जिस प्रॉपर जाके डीप स्टडी जाके जिन्ना जिस दे अकॉर्डिंगली कोई चीज रिक्वायर्ड है उस दे अकॉर्डिंगली वो काम कीता हुंदा उस च जिहा काम नहीं हुंदा बहुत नैरो जिहा काम हुंदा ठीक है थोड़ा जिहा काम कीता बाकी छड्डता किधरों होर चक लिया 2 पॉइंट किधरों होर चक लिया 3 पॉइंट किधरों होर चक लिया नहीं ये काम बिल्कुल भी नहीं करना क्लैरिटी एंड द कंसाइसनेस ਜਿਹੜੇ ਗੁੱਡ ਰਿਵਿਊ ਆਫ ਲਿਟਰੇਚਰ ਹੋਣਗੇ ਉਸ ਚ ਕੱਲੇ ਪੁਆਇੰਟ ਦੀ ਕਲੈਰਿਟੀ ਹੋਏਗੀ ਤੇ ਕੰਸਾਈਸਨੈਸ ਹੋਏਗੀ ਪਰ ਜਿਹੜਾ ਬੈਡ ਹੋਏਗਾ ਉਹ ਬੜਾ ਕਨਫਿਊਜ਼ਿੰਗ ਜਿਹਾ ਹੋਏਗਾ ਉਹ ਲੌਂਗ ਬਿਨਾ ਮਤਲਬ ਤੋਂ ਲੰਬਾ ਚੜਾ ਕੇ ਲਿਖਿਆ ਪਿਆ ਹੋਏਗਾ ਔਰ ਕਨਫਿਊਜ਼ ਹੀ ਕਰੀ ਜਾਏਗਾ ਬਾਰ-ਬਾਰ ਜਿਵੇਂ ਪਹਿਲੇ ਮੈਂ ਪਿਛਲੇ ਸਟੱਡੀ ਚ ਕਿਹਾ ਸੀ ਜੋ ਟੌਪਿਕ ਚੂਜ਼ ਕਰਨ ਲੱਗਾ ਮੈਂ ਕਿਹਾ ਸੀ ਵੀ ਠੀਕ ਹੈ ਇੱਕ ਕੋਈ ਇੰਨਾ ਨੈਰੋ ਵੀ ਚੂਜ਼ ਨਾ ਕਰ ਲਿਓ ਇੰਨਾ ਬ੍ਰੌਡ ਵੀ ਚੂਜ਼ ਨਾ ਕਰ ਲਿਓ ਵੀ ਤੁਸੀਂ ਆਪ ਹੀ ਕਨਫਿਊਜ਼ ਹੋ ਜਾਓ ਸੋ ਹਰੇਕ ਚੀਜ਼ ਦੀ ਪ੍ਰੋਪਰ ਤੁਹਾਨੂੰ ਕਲੈਰਿਟੀ ਹੋਏ ਜਿਹੜਾ ਰਿਵਿਊ ਟੀਚਰ ਨੂੰ ਕਲੈਰਿਟੀ ਦੇ ਰਿਹਾ ਉਹ ਦੈਟ ਇਜ਼ ਅ ਗੁੱਡ ਵਨ ਜਿਹੜਾ ਕਨਫਿਊਜ਼ ਕਰ ਰਿਹਾ ਜਾਂ ਬਿਨਾਂ ਤੁਹਾਨੂੰ ਜ਼ਿਆਦਾ ਲੰਬਾ ਚੜਾ ਕੇ ਲਿਖਿਆ ਹੋਇਆ ਉਹ ਇੱਕ ਬੈਡ ਵਨ rigorous and the consistent methods and constructed in an arbitrary way ਉਸ ਚ ਕੀ ਇੱਕ ਪ੍ਰੋਪਰ ਮੈਥਡਸ ਹੁੰਦੇ ਆ ਰਿਵਿਊ ਲਿਟਰੇਚਰ ਨੂੰ ਲਿਖਣ ਦੇ ਬਣਾਉਣ ਦੇ ਕਿਸ ਵੇ ਨਾਲ ਬਣਾਉਣਾ ਹੈ ਔਰ ਕਿਸ ਵੇ ਦੇ ਨਾਲ ਨਹੀਂ ਬਣਾਉਣਾ ਕਿਹੜੀ ਚੀਜ਼ਾਂ ਨੂੰ ਧਿਆਨ ਰੱਖਣਾ ਉਹ ਸਾਰਾ ਕੁਝ ਪ੍ਰੋਪਰ ਵੇਜ਼ ਹੋਣਗੇ ਡਿਫਾਈਨਡ ਵੇਜ਼ ਹੋਣਗੇ ਆਰਗੇਨਾਈਜ਼ਡ ਮੈਨਰ ਹੋਏਗਾ ਇਹ ਜਿਹੜਾ ਬੈਡ ਰਿਵਿਊ ਲਿਟਰੇਚਰ ਹੋਏਗਾ ਇਹ ਬੜੇ जो आर्बिटरी का मतलब ਆਪਾਂ ਪੰਜਾਬੀ ਚ ਅਸੀਂ ਕਹਿੰਦੇ ਨੇ ਹਵਾਬਾਜੀ ਜੀ ਬਣਾਤਾ ਬਸ ਠੀਕ ਹੈ ਇਮੇਜਿਨੇਟਿਵ ਦੇ ਟਾਈਪ ਦੇ ਅਕੋਰਡਿੰਗਲੀ ਸਾਰਾ ਕੁਝ ਅਸੀਂ ਬਣਾ ਕੇ ਰੱਖਤਾ ਨਹੀਂ ਹਰ ਇੱਕ ਚੀਜ਼ ਦਾ ਕੋਈ ਲੌਜੀਕ ਨਹੀਂ ਹੈ ਕੋਈ ਪ੍ਰੂਫ ਨਹੀਂ ਹੈ ਫੈਕਟਸ ਐਂਡ ਫਿਗਰਸ ਨਹੀਂ ਹੈ ਇਹੋ ਜਿਹਾ ਕੁਝ ਨਹੀਂ ਹੋਣਾ ਚਾਹੀਦਾ ਇਹ ਜੇ ਕੁਝ ਹੋਊਗਾ ਦਿਸ ਵਿਲ ਬੀ ਕੰਸੀਡਰਡ ਐਜ਼ ਅ ਬੈਡ ਰਿਵਿਊ ਆਫ ਲਿਟਰੇਚਰ ਮਾੜਾ ਰਿਵਿਊ ਆਫ ਲਿਟਰੇਚਰ ਜਿਹਨੂੰ ਅਸੀਂ ਕਹਿ ਲੈਂਦੇ ਹਾਂ ਸੋ ਇਹ ਥੋੜਾ ਡਿਫਰੈਂਸ ਸੀਗਾ ਵੀ ਗੁੱਡ ਤੇ ਬੈਡ ਰਿਵਿਊ ਆਫ ਲਿਟਰੇਚਰ ਕੀ ਹੁੰਦਾ ਸੋ ਥੈਂਕਸ ਅਸੀਂ ਬੜਾ ਕੁਝ ਟਰਾਈ ਕੀਤਾ ਮੈਂ ਇਸ ਟੌਪਿਕ ਦੇ ਥੋੜਾ ਜਿਹਾ ਕਵਰ ਕਰਨ ਦੇ ਵਿੱਚ ਜਿੰਨਾ ਕਿ ਮੈਂ ਕਵਰ ਕਰ ਸਕਦਾ ਸੀ ਆਪਣੇ ਵੱਲੋਂ ਸਾਰੇ 7 ਦੇ 7 ਮੋਡਿਊਲਸ ਦੇ ਵਿੱਚ ਕਵਰ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਹੈ ਮੋਡਿਊਲ 1 ਮੋਡਿਊਲ 2 3 4 5 6 ਐਂਡ 7 ਸਾਰਿਆਂ ਦੇ ਕੁਝ ਨਾ ਕੁਝ ਥੋੜੇ ਟੌਪਿਕਸ ਅਸੀਂ ਡਿਸਕਸ ਕਰਦੇ ਰਹੇ ਹਾਂ ਹੋਪ ਸੋ I will be able to clear my points to you all. And in the end, I will thank all the audience and will also thank the organizers to provide us the opportunity